हेलो फ्रेंड्स, दिस इज़ हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 11th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਦ ਅਰਥ ਇਜ਼ ਨਾਟ ਅਰਥ, ਜਿਸ ਦੇ ਰਾਈਟਰ ਹਨ ਕਾਫੀ ਅੰਨਾਨ ਜੀ। ਦੋਸਤੋ ਧਿਆਨ ਰੱਖੋ ਕਿ ਇਹ ਇੱਕ ਐਕਸਪਲੇਨੇਸ਼ਨ ਵੀਡੀਓ ਹੈ ਜਿਸ ਵਿੱਚ ਅਸੀਂ ਇਸ ਪਾਰਟ ਨੂੰ ਐਕਸਪਲੇਨ ਕੀਤਾ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪਾਰਟ ਦੇ ਸ਼ਾਰਟ ਅਤੇ ਲੌਂਗ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ ਜਿਨ੍ਹਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ। ਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਦੋਸਤੋ ਇਹ ਜਿਹੜਾ ਪਾਠ ਹੈ, ਜਿਹੜਾ ਲੈਸਨ ਹੈ, ਇਹ ਕਾਫੀ ਅੰਨਾਨ ਜੀ ਦੀ ਇੱਕ ਸਪੀਚ ਵਿੱਚੋਂ ਲਿਆ ਗਿਆ, ਜੋ ਸਪੀਚ ਉਹਨਾਂ ਨੇ ਮਿਲੇਨੀਅਮ ਅਸੈਂਬਲੀ ਆਫ ਯੂਨਾਈਟਿਡ ਨੇਸ਼ਨਸ ਵਿੱਚ ਦਿੱਤੀ ਸੀ ਤੇ ਅਸੈਂਬਲੀ ਹੋਈ ਸੀ 6 ਤੋਂ 8 ਸਤੰਬਰ 2000 ਦੇ ਵਿਚਕਾਰ। ਤੇ 1000 ਸਾਲ ਦੀ ਡਿਊਰੇਸ਼ਨ ਨੂੰ ਮਿਲੇਨੀਅਮ ਕਿਹਾ ਜਾਂਦਾ ਹੈ ਅਤੇ ਕਾਫੀ ਅੰਨਾਨ ਜੀ ਉਸ ਸਮੇਂ UNO ਦੇ ਸੈਕਟਰੀ ਜਨਰਲ ਸਨ ਤੇ 2001 ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲ ਚੁੱਕਿਆ ਹੈ ਤੇ 18 ਅਗਸਤ 2018 ਵਿੱਚ ਇਹਨਾਂ ਦੀ ਡੈਥ ਹੋ ਗਈ ਸੀ। ਤੇ ਦੇਖਦੇ ਹਾਂ ਇਹਨਾਂ ਨੇ ਆਪਣੀ ਸਪੀਚ ਵਿੱਚ ਕੀ ਕਿਹਾ ਸੀ। ਤੇ ਕਾਫੀ ਅੰਨਾਨ ਜੀ ਕਹਿੰਦੇ ਹਨ ਕਿ ਇਹ ਜਿਹੜਾ ਮਿਲੇਨੀਅਮ ਹੈ ਇਹ ਇੱਕ ਐਕਸੀਡੈਂਟ ਆਫ ਕੈਲੰਡਰ ਦੇ ਸੰਯੋਗ ਤੋਂ ਵੱਧ ਕੁਝ ਨਹੀਂ ਹੋਣਾ ਚਾਹੀਦਾ ਸੀ, ਪਰ ਤੁਸੀਂ ਸਰਕਾਰਾਂ ਨੇ ਅਤੇ ਲੋਕਾਂ ਨੇ ਇਸ ਨੂੰ ਇੱਕ ਓਕੇਜ਼ਨ ਬਣਾ ਦਿੱਤਾ, ਇਸ ਨੂੰ ਇੱਕ ਮੌਕਾ ਬਣਾ ਦਿੱਤਾ ਸੈਲੀਬ੍ਰੇਟ ਕਰਨ ਦੇ ਲਈ ਅਤੇ ਰਿਫਲੈਕਟ ਚਿੰਤਨ ਕਰਨ ਦੇ ਲਈ। ਤੇ ਜੇ ਇੱਕ ਸ਼ਬਦ ਵਿੱਚ ਇਹ ਦੱਸਣਾ ਹੋਏ ਕਿ ਅਸੀਂ ਕਿੰਨਾ ਚੇਂਜਸ ਦੇ ਵਿੱਚ ਰਹਿ ਰਹੇ ਹਾਂ, ਕਿ ਅਸੀਂ ਕਿਹੜੇ ਚੇਂਜਸ ਦੇ ਵਿੱਚ ਇਸ ਦੁਨੀਆ ਵਿੱਚ ਰਹਿ ਰਹੇ ਹਾਂ, ਤਾਂ ਉਹ ਇੱਕ ਸ਼ਬਦ ਹੈ ਗਲੋਬਲਾਈਜੇਸ਼ਨ, ਵਿਸ਼ਵੀਕਰਨ। ਤੇ ਇਸ ਤੋਂ ਬਾਅਦ ਲੇਖਕ ਕਹਿੰਦੇ ਹਨ ਕਿ ਦੁਨੀਆ ਵਿੱਚ ਇੰਟਰਕਨੈਕਟੀਵਿਟੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਜਿੰਨੀ ਪਹਿਲਾਂ ਕਦੇ ਨਹੀਂ ਸੀਗੀ। ਤੇ ਹੁਣ ਅਸੀਂ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਇੰਟਰੈਕਟ ਕਰ ਸਕਦੇ ਹਾਂ, ਗੱਲ ਕਰ ਸਕਦੇ ਹਾਂ ਬਿਨਾਂ ਸਰਕਾਰਾਂ ਨੂੰ ਇਨਵੋਲਵ ਕੀਤੇ ਹੋਏ। ਤੇ ਬਿਲਕੁਲ ਠੀਕ ਗੱਲ ਵੀ ਹੈ, ਜੇ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਕਿੱਥੇ ਵੀ ਗੱਲ ਕਰਨੀ ਹੋਏ ਤਾਂ ਅਸੀਂ ਫੋਨ ਦੇ ਰਾਹੀਂ ਬਿਨਾਂ ਸਰਕਾਰਾਂ ਨੂੰ ਇਨਵੋਲਵ ਕੀਤੇ ਗੱਲ ਕਰ ਸਕਦੇ ਹਾਂ। ਤੇ ਲੇਖਕ ਕਹਿੰਦੇ ਹਨ ਵੀ ਇਸ ਤੋਂ ਕੀ ਖਤਰਾ ਹੈ, ਇਸ ਦਾ ਕੀ ਡੇਂਜਰ ਹੈ। ਤੇ ਇਸ ਦਾ ਡੇਂਜਰ ਹੈ ਕ੍ਰਾਈਮ, ਡਰੱਗਸ, ਟੈਰਰਿਜ਼ਮ, ਡਿਜ਼ੀਜ਼ ਗਲੋਬਲਾਈਜੇਸ਼ਨ ਨਾਲ ਕਿਸ ਤਰ੍ਹਾਂ, ਜਿਵੇਂ ਕੋਵਿਡ-19 ਹੈ, ਇੱਕ ਡਿਜ਼ੀਜ਼ ਹੈ, ਉਹ ਚਾਈਨਾ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਹੀ ਫੈਲ ਗਈ। ਤੇ ਇਸ ਤੋਂ ਇਲਾਵਾ ਖਤਰਾ ਗਲੋਬਲਾਈਜੇਸ਼ਨ ਤੋਂ ਵੈਪਨਸ। ਪਰ ਇਹ ਗਲੋਬਲਾਈਜੇਸ਼ਨ ਤੋਂ ਖਤਰੇ ਤੇ ਹੈਗੇ ਹੀ ਹਨ, ਪਰ ਗਲੋਬਲਾਈਜੇਸ਼ਨ ਦੇ ਬੈਨੀਫਿਟਸ ਵੀ ਹਨ। ਕੀ ਬੈਨੀਫਿਟਸ ਹਨ? ਫਾਸਟਰ ਗਰੋਥ, ਹਾਇਰ ਲਿਵਿੰਗ ਸਟੈਂਡਰਡ, ਹਾਇਰ ਸਟੈਂਡਰਡ ਆਫ ਲਿਵਿੰਗ, ਨਿਊ ਓਪਰਚੁਨਿਟੀਜ਼, ਨਵੇਂ ਮੌਕੇ ਅਤੇ ਦੇਸ਼ਾਂ ਦੇ ਵਿਚਕਾਰ ਬੈਟਰ ਅੰਡਰਸਟੈਂਡਿੰਗ ਅਤੇ ਕਾਮਨ ਐਕਸ਼ਨ, ਕਿ ਮਿਲ ਕੇ ਦੇਸ਼ਾਂ ਦਾ ਕੰਮ ਕਰਨਾ ਤੇ ਦੇਸ਼ਾਂ ਦੇ ਵਿਚਕਾਰ ਬੈਟਰ ਅੰਡਰਸਟੈਂਡਿੰਗ। ਤੇ ਇਸ ਤੋਂ ਬਾਅਦ ਲੇਖਕ ਇਹ ਕਹਿੰਦੇ ਹਨ ਕਿ ਥੀਸ ਓਪਰਚੁਨਿਟੀਜ਼ ਆਰ ਫਾਰ ਫਰੋਮ ਇਕੁਅਲੀ ਡਿਸਟ੍ਰੀਬਿਊਟਡ, ਕਿ ਇਹਨਾਂ ਮੌਕੇ ਜਿਹੜੇ ਗਲੋਬਲਾਈਜੇਸ਼ਨ ਤੋਂ ਕ੍ਰੀਏਟ ਹੋਏ ਹਨ ਇਹਨਾਂ ਦੀ ਸਮਾਨ ਵੰਡ ਹੋਈ ਹੀ ਨਹੀਂ ਹੈ। ਕਿਉਂ ਨਹੀਂ ਹੋਈ? ਕਿਉਂਕਿ ਦੁਨੀਆ ਵਿੱਚ ਅੱਧੇ ਤੋਂ ਵੱਧ ਲੋਕਾਂ ਕੋਲ ਟੈਲੀਫੋਨ ਦੀ ਫੈਸਿਲਿਟੀ ਤੇ ਹੈ ਹੀ ਨਹੀਂ, ਤੇ ਕੰਪਿਊਟਰ ਦੀ ਗੱਲ ਤਾਂ ਤੁਸੀਂ ਛੱਡ ਹੀ ਦਿਓ। ਤੇ ਉਸ ਤੋਂ ਬਾਅਦ ਲੇਖਕ ਕਹਿੰਦੇ ਹਨ ਕਿ ਅੱਜ ਤੋਂ ਸਭ ਤੋਂ ਵੱਡੀ ਚੁਣੌਤੀ, ਅੱਜ ਕੱਲ੍ਹ ਦਾ ਸਭ ਤੋਂ ਵੱਡਾ ਚੈਲੰਜ ਇਹ ਹੈ ਇਸ ਟੂ ਮੀਨ ਗਲੋਬਲਾਈਜੇਸ਼ਨ ਮੋਰ ਦੈਨ ਬਿਗਰ ਮਾਰਕੀਟਸ, ਕਿ ਗਲੋਬਲਾਈਜੇਸ਼ਨ ਦਾ ਮਤਲਬ ਸਿਰਫ ਬਿਗਰ ਮਾਰਕੀਟਸ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਕਿਉਂਕਿ ਗਲੋਬਲਾਈਜੇਸ਼ਨ ਦਾ ਮਤਲਬ ਤੇ ਬਹੁਤ ਹੀ ਵੱਡਾ ਹੈ। ਤੇ ਬਿਗਰ ਮਾਰਕੀਟਸ ਦਾ ਕੀ ਅਰਥ ਹੈ? ਬਿਗਰ ਮਾਰਕੀਟਸ ਦਾ ਅਰਥ ਹੁੰਦਾ ਹੈ ਜਿਵੇਂ ਇੱਕ ਦੇਸ਼ ਦਾ ਪ੍ਰੋਡਕਟ ਹੈ ਦੂਜੇ ਦੇਸ਼ਾਂ ਵਿੱਚ ਵਿਕ ਰਿਹਾ, ਜਿਵੇਂ ਕਿ ਦੂਜੇ ਦੇਸ਼ ਅਮਰੀਕਾ ਦੇ ਫੋਨ, ਅਮਰੀਕਨ ਬ੍ਰਾਂਡਸ ਦੇ ਫੋਨ, ਲੈਪਟਾਪ ਤੇ ਹੋਰ ਇਹਨਾਂ ਦੇ ਬ੍ਰਾਂਡਸ ਉਹ ਇੰਡੀਆ ਵਿੱਚ ਆ ਚੁੱਕੇ ਨੇ। ਤੇ ਇਹ ਸਿਰਫ ਗਲੋਬਲਾਈਜੇਸ਼ਨ ਦਾ ਮਤਲਬ ਇਹ ਹੀ ਨਹੀਂ ਹੁੰਦਾ, ਇਸ ਤੋਂ ਕਾਫੀ ਜ਼ਿਆਦਾ ਵੱਡਾ ਹੁੰਦਾ ਹੈ। ਤੇ ਇਸ ਕਰਕੇ ਸਾਨੂੰ ਕੀ ਕਰਨਾ ਚਾਹੀਦਾ? ਇਸ ਕਰਕੇ ਸਾਨੂੰ ਨੇਸ਼ਨਸ ਨੂੰ ਚੰਗੀ ਤਰ੍ਹਾਂ ਗਵਰਨ ਕਰਨਾ ਚਾਹੀਦਾ ਤੇ ਇਸ ਲਈ ਚੰਗੀ ਤਰ੍ਹਾਂ ਗਵਰਨ ਤੇ ਕਰਨਾ ਹੀ ਚਾਹੀਦਾ, ਬਟ ਮਿਲ ਕੇ ਚੰਗੀ ਤਰ੍ਹਾਂ ਗਵਰਨ ਕਰਨਾ ਚਾਹੀਦਾ ਵੀ ਸਾਰੇ ਦੇਸ਼ਾਂ ਨੂੰ ਮਿਲ ਕੇ ਗਵਰਨੈਂਸ ਹੈ ਉਹ ਕਰਨੀ ਚਾਹੀਦੀ ਹੈ। ਤੇ ਹੁਣ ਇਸ ਤੋਂ ਬਾਅਦ ਲੇਖਕ ਇਹ ਕਹਿੰਦੇ ਹਨ ਕਿ ਜਿਹੜੇ ਕਿ ਗਲੋਬਲ ਇਸ਼ੂਜ਼ ਹੈਗੇ ਹਨ, ਜਿਹੜੇ ਕਿ ਪੂਰੇ ਵਿਸ਼ਵ ਵਿੱਚ ਸਮੱਸਿਆਵਾਂ ਹੈਗੀਆਂ ਹਨ, ਉਹਨਾਂ ਨੂੰ ਲੇਖਕ ਨੇ 3 ਕੈਟਾਗਰੀਜ਼ ਦੇ ਅੰਦਰ ਕੈਟਾਗਰਾਈਜ਼ ਕੀਤਾ ਤੇ ਹਰੇਕ ਨੂੰ ਬੁਨਿਆਦੀ ਮਾਨਵ ਸੁਤੰਤਰਤਾ, ਜਿਸ ਦਾ ਅਰਥ ਹੁੰਦਾ ਫੰਡਾਮੈਂਟਲ ਹਿਊਮਨ ਫਰੀडम ਨਾਲ ਜੋੜਿਆ। ਤੇ ਹੁਣ ਲੇਖਕ ਕਿਹੜੀ ਫਰੀडम ਦੀ ਗੱਲ ਕਰਦਾ? ਫਰੀडम ਫਰੋਮ ਵਾਂਟ, ਥੋੜ, ਕਮੀ, ਗਰੀਬੀ ਤੋਂ ਆਜ਼ਾਦੀ, ਫਰੀडम ਫਰੋਮ ਫੀਅਰ, ਡਰ ਜਾਂ ਭੈ ਤੋਂ ਆਜ਼ਾਦੀ, ਫਰੀडम ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ ਲਾਈਫ ਔਨ ਦਿਸ ਪਲੈਨਟ, ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਉੱਪਰ ਆਪਣਾ ਜੀਵਨ ਬਣਾਏ ਰੱਖਣ ਦੀ ਸੁਤੰਤਰਤਾ। ਤੇ ਇਹਨਾਂ ਫਰੀडम्स ਦੀ ਜਿਹੜੀ ਲੇਖਕ ਨੇ ਗੱਲ ਕੀਤੀ, ਹੁਣ ਇੱਕ ਇੱਕ ਫਰੀडम ਨੂੰ ਅਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕੀਤੀ ਗਈ ਹੈ ਫਰੀडम ਫਰੋਮ ਵਾਂਟ, ਥੋੜ, ਕਮੀ, ਗਰੀਬੀ ਤੋਂ ਮੁਕਤੀ। ਇਸ ਵਿੱਚ ਲੇਖਕ ਕਹਿੰਦੇ ਹਨ ਕਿ ਅਸੀਂ ਸਾਰੇ ਹਿਊਮਨ ਬੀਇੰਗਸ ਨੂੰ ਡਿਗਨਿਟੀ ਵਿੱਚ ਫਰੀ ਅਤੇ ਇਕੁਅਲ ਕਿਸ ਤਰ੍ਹਾਂ ਕਹਿ ਸਕਦੇ ਹਾਂ? ਕਿ ਕਹਿ ਹੀ ਨਹੀਂ ਸਕਦੇ। ਕਿਉਂ ਨਹੀਂ ਕਹਿ ਸਕਦੇ? ਕਿਉਂਕਿ 1 ਬਿਲੀਅਨ ਦਾ ਅਰਥ ਹੁੰਦਾ ਅਰਬ, 100 ਕਰੋੜ ਤੋਂ ਵੀ ਵੱਧ ਲੋਕ ਦਿਨ ਦੇ $1 ਤੋਂ ਵੀ ਘੱਟ ਵਿੱਚ ਗੁਜ਼ਾਰਾ ਕਰਦੇ ਹਨ ਤੇ ਉਹਨਾਂ ਕੋਲ ਸੇਫ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਦੀ ਫੈਸਿਲਿਟੀ ਹੀ ਨਹੀਂ ਹੈ, ਕਿ ਬੇਸਿਕ ਫੈਸਿਲਿਟੀਜ਼ ਵੀ ਨਹੀਂ ਹੈਗੀਆਂ। ਇੱਕ ਪਾਸੇ ਤੇ ਅਮੀਰ ਲੋਕ ਹਨ ਜਿਨ੍ਹਾਂ ਨੂੰ ਇਹ ਫਿਕਰ ਰਹਿੰਦਾ ਕਿ ਸਟਾਕ ਮਾਰਕੀਟ ਵਿੱਚ ਉਹਨਾਂ ਨੇ ਪੈਸਾ ਲਾਇਆ ਕਿ ਸਟਾਕ ਮਾਰਕੀਟ ਕ੍ਰੈਸ਼ ਨਾ ਹੋ ਜਾਵੇ,
ਜਾਂ ਉਹਨਾਂ ਨੂੰ ਇਹ ਵੀ ਡਰ ਰਹਿੰਦਾ ਹੈ ਵੀ ਉਹਨਾਂ ਨੇ ਕੋਈ ਨਵਾਂ ਕੰਪਿਊਟਰ ਖਰੀਦਿਆ ਕਿ ਉਹ ਇਸ ਨੂੰ ਕਿਸ ਤਰ੍ਹਾਂ ਮਾਸਟਰ ਕਰਨਗੇ, ਇਸ ਦਾ ਵੀ ਫਿਕਰ ਰਹਿੰਦਾ। ਪਰ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਉਹਨਾਂ ਦੇ ਬੱਚਿਆਂ ਲਈ ਅਗਲੀ ਮੀਲ, ਅਗਲੀ ਰੋਟੀ ਕਿੱਥੋਂ ਆਊਗੀ। ਤੇ ਹੁਣ ਦੂਜੀ ਗੱਲ ਕੀਤੀ ਗਈ ਹੈ ਫਰੀडम ਦੀ, ਉਹ ਹੈ ਫਰੀडम ਫॉर ਫੀਅਰ, ਭੈ ਤੋਂ ਫਰੀडम। ਤੇ ਹੁਣ ਇਸ ਵਿੱਚ ਲੇਖਕ ਇਹ ਕਹਿੰਦੇ ਹਨ ਕਿ ਦੂਜੇ ਦੇਸ਼ਾਂ ਵਿੱਚ ਲੜਾਈਆਂ ਤੇ ਦੂਜੇ ਦੇਸ਼ਾਂ ਵਿਚਕਾਰ ਲੜਾਈਆਂ ਤਾਂ ਪਹਿਲਾਂ ਨਾਲੋਂ ਕਾਫੀ ਘਟ ਗਈਆਂ ਹਨ। ਬਟ ਪਿਛਲੇ ਡਿਕੇਡ ਦਾ ਅਰਥ ਹੁੰਦਾ ਦਹਾਕਾ, 10 ਸਾਲਾਂ, ਪਿਛਲੇ 10 ਸਾਲਾਂ ਵਿੱਚ ਇੰਟਰਨਲ ਵਾਰਸ ਨੇ 5 ਮਿਲੀਅਨ, 1 ਮਿਲੀਅਨ ਹੁੰਦਾ 10 ਲੱਖ, ਤੇ 5 ਮਿਲੀਅਨ ਤੋਂ ਵੀ ਵੱਧ ਜਾਨਾਂ ਲਈਆਂ ਹਨ। ਤੇ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਲੋਕ ਹੈ ਉਹ ਬੇਘਰ ਹੋਏ ਹਨ ਇੰਟਰਨਲ ਵਾਰਸ ਕਰਕੇ। ਤੇ ਇੰਟਰਨਲ ਵਾਰਸ ਕੀ ਹੁੰਦੀਆਂ ਹਨ? ਇੰਟਰਨਲ ਵਾਰਸ ਉਹ ਹੁੰਦੀਆਂ ਹਨ ਜੋ ਕਿ ਦੇਸ਼ ਦੇ ਆਪਣੇ ਲੋਕਾਂ ਦੇ ਵਿਚਕਾਰ ਹੀ ਹੁੰਦੀਆਂ ਹਨ। ਤੇ ਇੰਟਰਨਲ ਲੇਖਕ ਇਹ ਕਹਿੰਦੇ ਹਨ ਕਿ ਇੰਟਰਨਲ ਵਾਰਸ ਜਨਰਲੀ ਪੂਅਰ ਅਤੇ ਬੈਡਲੀ ਗਵਰਨ ਦੇਸ਼ਾਂ ਵਿੱਚ ਹੁੰਦੀਆਂ ਹਨ, ਗਰੀਬ ਅਤੇ ਉਹ ਦੇਸ਼ਾਂ ਵਿੱਚ ਹੁੰਦੀਆਂ ਹਨ ਜੋ ਕਿ ਬੈਡਲੀ ਗਵਰਨ, ਜੋ ਕਿ ਚੰਗੀ ਤਰ੍ਹਾਂ ਗਵਰਨ ਨਹੀਂ ਹੁੰਦੇ, ਜਿੱਥੇ ਅਤੇ ਉਹਨਾਂ ਦੇਸ਼ਾਂ ਵਿੱਚ ਪਾਵਰ ਅਤੇ ਵੈਲਥ ਦਾ ਜਿਹੜਾ ਡਿਸਟ੍ਰੀਬਿਊਸ਼ਨ ਹੈ ਉਹ ਅਨਇਕੁਅਲ ਹੁੰਦਾ ਹੈ ਬਿਟਵੀਨ ਐਥਨਿਕ ਐਂਡ ਰਿਲੀਜੀਅਸ ਗਰੁੱਪਸ। ਐਥਨਿਕ ਅਤੇ ਰਿਲੀਜੀਅਸ ਗਰੁੱਪਸ ਦੇ ਵਿਚਕਾਰ ਪਾਵਰ ਅਤੇ ਪੈਸੇ ਦੀ ਡਿਸਟ੍ਰੀਬਿਊਸ਼ਨ ਹੈ ਉਹ ਇਕੁਅਲ ਨਹੀਂ ਹੁੰਦੀ। ਤੇ ਇਸ ਦਾ ਕੀ ਸੋਲਿਊਸ਼ਨ ਹੈ? ਇਸ ਦਾ ਸੋਲਿਊਸ਼ਨ ਹੈ ਕਿ ਇਸ ਤਰ੍ਹਾਂ ਦਾ ਪੋਲੀਟੀਕਲ ਅਰੇਂਜਮੈਂਟ ਬਣਾਇਆ ਜਾਵੇ ਜਿਸ ਵਿੱਚ ਹਰ ਗਰੁੱਪ ਨੂੰ ਫੇਅਰ ਰਿਪਰੈਜ਼ੈਂਟੇਸ਼ਨ ਮਿਲੇ ਅਤੇ ਹਿਊਮਨ ਰਾਈਟਸ ਅਤੇ ਮਾਈਨੋਰਿਟੀ ਰਾਈਟਸ ਦਾ ਵੀ ਖਿਆਲ ਹੈ ਉਹ ਰੱਖਿਆ ਜਾਵੇ। ਹੁਣ ਅਸੀਂ ਗੱਲ ਕਰਾਂਗੇ ਤੀਜੀ ਫਰੀडम ਦੀ। ਤੀਜੀ ਫਰੀडम ਕਿਹੜੀ ਹੈ? ਫਰੀडम ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ देयर ਲਾਈਫ ਔਨ ਅਰਥ। ਤੇ 1945 ਤੋਂ ਪਹਿਲਾਂ ਇਹ ਸੋਚਿਆ ਵੀ ਨਹੀਂ ਸੀ ਗਿਆ ਕਿ ਇਸ ਫਰੀडम ਨੂੰ ਵੀ ਕੋਈ ਖਤਰਾ ਹੋ ਸਕਦਾ ਹੈ। ਬਟ ਕੀ ਹੋਇਆ ਕਿ ਪੋਲਿਊਸ਼ਨ ਕਾਫੀ ਜ਼ਿਆਦਾ ਵੱਧ ਗਿਆ, ਓਵਰ ਕੰਜ਼ੰਪਸ਼ਨ ਆਫ ਨਾਨ ਰੀਨਿਊਏਬਲ ਸੋਰਸਿਸ ਆਫ એનર્ਜੀ ਜਿਵੇਂ ਕਿ ਪੈਟਰੋਲੀਅਮ, ਕੋਲ, ਤੇ ਇਸ ਦਾ ਜਿਹੜਾ ਇਹਨਾਂ ਦੀਆਂ ਓਵਰ ਕੰਜ਼ੰਪਸ਼ਨ ਇੰਨੀ ਜ਼ਿਆਦਾ ਵੱਧ ਗਈ ਤੇ এনवायरमेंट ਨਾਲ ਇੰਨੀ ਜ਼ਿਆਦਾ ਛੇੜਛਾੜ ਹੋਈ ਤੇ ਜਿਸ ਕਰਕੇ ਫੋਰੈਸਟ, ਫਿਸ਼ਰੀ ਅਤੇ ਡਾਈਵਰਸਿਟੀ ਇਨ ਲਿਵਿੰਗ ਸਪੀਸ਼ੀਜ਼ ਤੇ ਬਾਕੀ ਲਿਵਿੰਗ ਸਪੀਸ਼ੀਜ਼ ਨੂੰ ਬਹੁਤ ਨੁਕਸਾਨ ਹੋਇਆ। ਤੇ ਇਸ ਦਾ ਸੋਲੂਸ਼ਨ ਕੀ ਹੈ? ਤੇ ਇਸ ਲਈ ਸਾਨੂੰ ਨਵੇਂ ਨੀਤੀ ਸ਼ਾਸਤਰ ਦੀ ਲੋੜ ਹੈ ਤੇ ਸਾਨੂੰ ਅਜਿਹੇ ਰੈਗੂਲੇਸ਼ਨ ਬਣਾਉਣੇ ਚਾਹੀਦੇ ਹਨ ਜਿਸ ਵਿੱਚ ਕਿ ਪੋਲਿਊਸ਼ਨ ਅਤੇ ਨਾਨ ਰੀਨਿਊਏਬਲ ਸੋਰਸਿਸ ਆਫ એનર્ਜੀ ਨੂੰ ਡਿਸਕਰੇਜ ਕੀਤਾ ਜਾਵੇ ਅਤੇ এনवायरमेंट ਫ੍ਰੈਂਡਲੀ ਪ੍ਰੈਕਟਿਸਿਸ ਨੂੰ ਐਨਕਰੇਜ ਕੀਤਾ ਜਾਵੇ। ਫਿਰ ਲੇਖਕ ਕਹਿੰਦੇ ਹਨ ਕਿ ਉਹਨਾਂ ਨੂੰ ਇੱਕ ਅਫਰੀਕੀ ਕਹਾਵਤ ਯਾਦ ਆਉਂਦੀ ਹੈ। ਤੇ ਅਫਰੀਕੀ ਕਹਾਵਤ ਕਿਹੜੀ ਹੈ? ਉਹੀ ਕਹਾਵਤ ਜੋ ਕਿ ਸਾਡੇ ਇਸ ਚੈਪਟਰ ਦਾ ਨਾਂ ਹੈ, ਦ ਅਰਥ ਇਜ਼ ਨਾਟ ਅਰਸ, ਇਹ ਧਰਤੀ ਸਾਡੀ ਨਹੀਂ ਹੈ। ਤੇ ਉਸ ਤੋਂ ਬਾਅਦ ਲੇਖਕ ਕਹਿੰਦੇ ਹਨ ਕਿ ਇਹ ਧਰਤੀ ਸਾਡੀ ਨਹੀਂ ਹੈ, ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ, ਫਿਊਚਰ ਜਨਰੇਸ਼ਨਸ ਲਈ ਸਾਂਭ ਕੇ ਰੱਖਿਆ ਹੋਇਆ। ਤੇ ਹੁਣ ਉਸ ਤੋਂ ਬਾਅਦ ਲੇਖਕ ਇਹ ਕਹਿੰਦੇ ਹਨ ਕਿ ਜੇ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਵਾਂਗੇ ਤਾਂ 21st ਸੈਂਚੁਰੀ ਵਿੱਚ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਦੀ ਭੂਮਿਕਾ ਨਾ ਮਾਤਰ ਹੀ ਰਹਿ ਜਾਵੇਗੀ। ਤੇ ਇਹ ਆਰਗੇਨਾਈਜੇਸ਼ਨ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਵੀ ਦਾ ਪੀਪਲ ਦੇ ਨਾਂ ਨਾਲ ਬਣੀ ਸੀ ਤੇ ਸਾਨੂੰ ਲੋਕਾਂ ਲਈ ਬੈਟਰ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਲੇਖਕ ਨੇ ਸਾਨੂੰ ਇਸ ਪਾਠ ਵਿੱਚ ਦੱਸਿਆ ਹੈ।